ਅੱਜ ਐਸਆਈਟੀ ਸਾਹਮਣੇ ਪੇਸ਼ ਹੋਣਗੇ ਸੁਖਬੀਰ ਸਿੰਘ ਬਾਦਲ। ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਹੋਣਗੇ ਸਵਾਲ ਜਵਾਬ। ਆਈਜੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਕੀਤਾ ਹੈ ਸਮਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਆਉਣਗੇ ਜੇਲ੍ਹ ਤੋਂ ਬਾਹਰ। ਕੱਲ ਜ਼ਮਾਨਤੀ ਆਰਡਰ ਨਾ ਮਿਲਣ ਕਰਕੇ ਨਹੀਂ ਹੋ ਸਕੀ ਸੀ ਰਿਹਾਈ। ਕਥਿਤ ਜੰਗਲਾਤ ਘੁਟਾਲੇ 'ਚ ਹਾਈਕੋਰਟ ਤੋਂ ਮਿਲੀ ਹੈ ਜ਼ਮਾਨਤ। ਬਿਆਸ 'ਚ ਦੋਹਾਂ ਧਿਰਾਂ ਵੱਲੋਂ ਇੱਕ ਦੂਸਰੇ ਤੇ ਕੇਸ ਦਰਜ। ਏਡੀਜੀਪੀ ਲਾਅ ਐਂਡ ਆਰਡਰ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਕੀਤੀ ਮੁਲਾਕਾਤ। ਟ੍ਰੋਲਿੰਗ ਤੋਂ ਬਾਅਦ ਕ੍ਰਿਕਟਰ ਅਰਸ਼ਦੀਪ ਦੇ ਘਰ ਲੱਗਿਆ ਮਿਲਣ ਵਾਲਿਆਂ ਦਾ ਤਾਂਤਾ। ਰਾਜ ਸਭਾ ਮੈਂਬਰ ਰਾਘਵ ਚੱਡਾ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਕੀਤੀ ਮੁਲਾਕਾਤ। ਪਰਿਵਾਰ ਦਾ ਬਿਆਨ, ਟ੍ਰੋਲਰਾਂ ਦੀਆਂ ਹਰਕਤਾਂ ਨਾਲ ਨਹੀਂ ਪੈਂਦਾ ਕੋਈ ਫਰਕ। ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਦੀ ਹੋ ਰਹੀ ਹੈ ਦੁਰਵਰਤੋਂ। ਹੁਸ਼ਿਆਰਪੁਰ ਦੇ ਵਿੱਚ ਮਰਸੀਡੀਜ਼ ਕਾਰ ਵਾਲਾ ਲੈ ਗਿਆ ਸਸਤੀ ਕਣਕ ਦੇ 4 ਗੱਟੇ। ਡਿਪੋ ਹੋਲਡਰ ਬੋਲਿਆ, ਜਿਨ੍ਹਾਂ ਨੇ ਕਾਰਡ ਬਣਾ ਕੇ ਦਿੱਤੇ ਉਹਨਾਂ ਨੂੰ ਕਰੋ ਸਵਾਲ। ਟੀਚਰਸ ਡੇ ਤੇ ਸੀਐਮ ਮਾਨ ਦਾ ਅਧਿਆਪਕਾਂ ਨੂੰ ਤੋਹਫਾ। 8736 ਟੀਚਰਸ ਨੂੰ ਰੈਗੂਲਰ ਕਰਨ ਦਾ ਕੀਤਾ ਐਲਾਨ। ਯੂਜੀਸੀ ਦੇ 7ਵੇਂ ਕਮਿਸ਼ਨ ਦੇ ਆਧਾਰ ਤੇ ਨਵਾਂ ਪੇ ਸਕੇਲ 1 ਅਕਤੂਬਰ ਤੋਂ ਹੋਏਗਾ ਲਾਗੂ। ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੀ ਵੱਖਰੀ ਪਹਿਲ, ਅੱਖਾਂ ਦਾਨ ਕਰਨ ਦਾ ਲਿਆ ਪ੍ਰਣ। ਖੁਦ ਭਰਿਆ ਫਾਰਮ, ਲੋਕਾਂ ਨੂੰ ਵੀ ਅੱਗੇ ਆਉਣ ਦੀ ਕੀਤੀ ਅਪੀਲ। ਯੂਕੇ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਲਿਜ਼ ਟਰੂਸ ਹੋਣਗੇ ਨਵੇਂ ਪੀਐਮ। 20,000 ਵੋਟਾਂ ਨਾਲ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ। सत श्री अकाल, मैं अर्शदीप संधू, न्यूज़ 18 पंजाब देख रहे दर्शकों का स्वागत है। शुरुआत करते हैं वड्डी खबर तो। अज सुखबीर सिंह बादल तो पुछगिछ होगी। एसआईटी के सामने अज सुखबीर सिंह बादल पेश होंगे। बहबल कलां गोलीकांड के मामले च पुछगिछ होएगी। आईजी नौनिहाल सिंह की एसआईटी ने समन किया है। कोटकपूरा गोलीकांड के मामले च 14 सितंबर को समन किया गया है। दस दईए कि कोटकपूरा गोलीकांड मामले के सुखबीर सिंह बादल को पहला 30 अगस्त लिए समन जारी किए गए सी, पर उस दिन सुखबीर बादल पेश नहीं हुए सी, जिस तो बाद सियासत भी पक गई सी। ते हुण 14 सितंबर को कोटकपूरा गोलीकांड मामले दे विच पुछगिछ होएगी ते अज बहबल कलां गोलीकांड मामले दे विच पुछगिछ होएगी। आईजी नौनिहाल सिंह वाली एसआईटी ने समन किया है। अज सुखबीर सिंह बादल एसआईटी के सामने पेश होणगे ते बहबल कलां गोलीकांड मामले दे विच उन्हां तो पुछगिछ होएगी। पहला कोटकपूरा गोलीकांड मामले दे विच समन किया गया सी, लेकिन उदों सुखबीर सिंह बादल पेश नहीं हुए। जीरा दे विच उन्हां दी अदालत पेशी सी ते उस तो बाद 14 सितंबर के लिए समन जारी किए गए हैं। 14 सितंबर को पुछगिछ होएगी कोटकपूरा गोलीकांड मामले दे विच ते अज आईजी नौनिहाल सिंह की अगवाई वाली एसआईटी दे वल्लों सुखबीर सिंह बादल तो बहबल कलां गोलीकांड मामले दे विच पुछगिछ होएगी। सुखबीर सिंह बादल अज एसआईटी के सामने पेश होंगे। सुखबीर सिंह बादल ते जरनैल सिंह ने बोलदਿਆਂ कहा है कि मामला सब जुडिस है ते इस दे बारे हाले कुछ कहना जल्दबाजी है, पर आम आदमी पार्टी की सरकार बेअदबी मामले ते इंसाफ दवा के हटेगी। ਪਹਿਲਾਂ ਕਿ ਜੋ ਆਮ ਆਦਮੀ ਪਾਰਟੀ ਨੇ ਕੀਤਾ ਸੀ, ਬਹੁਤ ਲੋਕਾਂ ਦੇ ਦਿਲਾਂ ਨਾਲ ਛੂਇਆ ਹੋਇਆ ਮਾਮਲਾ ਬੇਅਦਬੀ ਕਾਂਡ ਦਾ ਹੈਗਾ ਤੇ ਜੋ ਵੀ ਉਹਦੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏਗਾ। ਹਰ ਵਾਅਦਾ ਜਿੱਦਾਂ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਕਿਹਾ, ਜੋ ਆਮ ਆਦਮੀ ਪਾਰਟੀ ਨੇ ਕੀਤਾ ਸੀ, ਬਹੁਤ ਲੋਕਾਂ ਦੇ ਦਿਲਾਂ ਨਾਲ ਛੂਇਆ ਹੋਇਆ ਮਾਮਲਾ ਬੇਅਦਬੀ ਕਾਂਡ ਦਾ ਹੈਗਾ ਤੇ ਜੋ ਵੀ ਉਹਦੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏਗਾ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਏਡੀਜੀਪੀ ਅਰਪਿਤ ਸ਼ੁਕਲਾ ਨੇ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਚੈਕਿੰਗ ਕੀਤੀ। ਵਿਸ਼ੇਸ਼ ਨਾਕੇ ਲਗਾਏ ਗਏ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ ਤਾਂ ਜੋ कोई भी किते भी अणसुखावी घटना ना वापर जाए। एडीजीपी अर्पित शुक्ला ने अमृतसर च स्पेशल चैकिंग की है। विशेष नाके लगाए गए। पंजाब हैज़ ऑलवेज बीन अ वेरी सेंसिटिव स्टेट और पंजाब पुलिस का हमारा जो इतिहास भी रहा है बहुत गौरवमयी है। हमने टेररिज्म के ज़माने में, उसके बाद ड्रग्स के खिलाफ, गैंगस्टर्स के खिलाफ बहुत अच्छा एक्शन किया है। बट ये कुछ ताकतें ऐसी होती हैं जो निरंतर कोशिश में रहती हैं कि कुछ डिस्टर्बेंस की जाए। सो वी आर फुली प्रिपेयर्ड एंड ये तो सिर्फ जिहड़े पिछले दिनी कुछ घटनाक्रम हुए है, असी अपनी जिहड़ी पुलिसिंग है उसनूं स्टैप अप किया और सीपी साहब दे
ਸੁਪਰਵਿਜ਼ਨ ਦੇ ਵਿੱਚ ਅੰਮ੍ਰਿਤਸਰ ਪੁਲਿਸ ਅੱਛਾ ਕੰਮ ਕਰ ਰਹੀ ਹੈ। ਬੇਅਦਬੀ ਮਾਮਲੇ ਦੇ ਵਿੱਚ ਹੁਣ ਡੇਰਾ ਸਿਰਸਾ ਦੇ ਵੱਲੋਂ ਫਰੀਦਕੋਟ ਦੀ ਕੋਰਟ 'ਚ ਪਟੀਸ਼ਨ ਪਾਈ ਗਈ ਹੈ ਤੇ ਹੁਣ ਤੱਕ ਦੀ ਜਾਂਚ ਰਿਪੋਰਟ ਪੇਸ਼ ਕਰਨ ਦੀ ਮੰਗ ਦੇ ਨਾਲ ਰੁਪਿੰਦਰ ਤੇ ਜਸਵਿੰਦਰ ਸਿੰਘ ਨੂੰ ਲੈ ਕੇ ਹੋਈ ਜਾਂਚ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਵੀ ਮੰਗ ਰੱਖੀ ਗਈ ਹੈ। ਬਰਗਾੜੀ ਬੇਅਦਬੀ ਕੇਸ ਦੇ ਵਿੱਚ ਡੇਰਾ ਸਿਰਸਾ ਦਾ ਨਾਮ ਆਉਂਦਾ ਹੈ। ਡੇਰੇ ਦੇ ਪ੍ਰੇਮੀਆਂ ਨੂੰ ਮੁਲਜ਼ਮ ਵੀ ਬਣਾਇਆ ਗਿਆ ਹੈ। ਹੁਣ ਤੱਕ ਦੀਆਂ ਜਾਂਚ ਏਜੰਸੀਆਂ ਤੇ ਕਮਿਸ਼ਨਰਾਂ ਨੇ ਡੇਰੇ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਨੇ, ਪਰ ਹੁਣ ਡੇਰੇ ਦੇ ਵੱਲੋਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ। ਡੇਰੇ ਨੇ ਮੰਗ ਕੀਤੀ ਹੈ ਕਿ ਬੇਅਦਬੀ ਕੇਸ ਨੂੰ ਲੈ ਕੇ ਹੋਈ ਜਾਂਚ ਦੀਆਂ ਫਾਈਲਾਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣ। ਬੇਅਦਬੀ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਪੰਜਗਰਾਹੀ ਦੇ ਦੋ ਭਰਾ ਰੁਪਿੰਦਰ ਤੇ ਜਸਵਿੰਦਰ ਸਿੰਘ ਦੀ ਭੂਮਿਕਾ ਨੂੰ ਲੈ ਕੇ ਵੀ ਡੇਰੇ ਨੇ ਸਵਾਲ ਕੀਤੇ ਹੈ। ਉਹਨਾਂ ਦੋਵਾਂ ਭਰਾਵਾਂ ਦੇ ਸੰਬੰਧੀ ਕੀਤੀ ਗਈ ਜਾਂਚ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਦੀ ਵੀ ਮੰਗ ਰੱਖੀ ਹੈ। ਕੋਰਟ ਨੇ ਡੇਰੇ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 22 ਸਤੰਬਰ ਤੱਕ ਜਵਾਬ ਮੰਗਿਆ ਹੈ। ਪਹਿਲਾਂ ਇਹਨਾਂ ਕੇਸਾਂ 'ਚ ਬੇਅਦਬੀ ਦੇ ਸੰਬੰਧ ਵਿੱਚ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਸੀ ਸਿਟ ਨੇ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਪੰਜਗਰਾਈ ਦੇ, ਜਿਨ੍ਹਾਂ ਨੇ ਰਿਕਾਰਡਿੰਗ ਦੇ ਵਿੱਚ ਕਨਫੈਸ਼ਨ ਕੀਤੀ ਸੀ ਵੀ ਇਹ ਸਾਡੇ ਤੋਂ ਬੇਅਦਬੀ ਹੋ ਗਈ ਹੈ। ਪੁਲਿਸ ਨੇ ਬਕਾਇਦਾ ਅਰੈਸਟ ਕਰਕੇ ਬਾਅਦ 'ਚ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਉਹਨਾਂ ਨੂੰ ਇਹਨਾਂ ਨੇ ਡਿਸਚਾਰਜ ਕਰਵਾਤਾ। ਡੇਟ ਇਹਦੇ 'ਚ ਨੈਕਸਟ ਡੇਟ 22 9। ਡੇਰੇ ਨੇ ਵੀ ਇਲਜ਼ਾਮ ਲਾਇਆ ਕਿ SIT ਦੇ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਦੌਰਾਨ ਹਾਈ ਕੋਰਟ ਦੇ ਹੁਕਮਾਂ ਦੀ ਵੀ ਅਣਦੇਖੀ ਕੀਤੀ ਗਈ ਹੈ। ਹਾਈ ਕੋਰਟ ਨੇ ਇੱਕ ਆਰਡਰ ਕੀਤਾ ਸੀਗਾ ਵੀ ਤੁਸੀਂ ਜੋ CBI ਨੇ ਤਫਤੀਸ਼ ਕੀਤੀ ਹੈ ਉਹ ਸਾਰੇ ਦਸਤਾਵੇਜ਼ ਤੁਸੀਂ ਜਿਹੜਾ ਨਵੇਂ ਚਲਾਨ ਪੇਸ਼ ਕਰੋਗੇ ਉਹਦੇ ਨਾਲ ਲਾਉਣੇ ਆ। ਇਹਨਾਂ ਨੇ ਹਾਈ ਕੋਰਟ ਦੇ ਆਰਡਰ ਦੀ ਵੀ ਕੋਈ ਕੰਪਲਾਈਂਸ ਨਹੀਂ ਕੀਤੀ। ਉਧਰ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਡੇਰਾ ਬੇਅਦਬੀ ਕੇਸ ਦੇ ਵਿੱਚ ਸਿੱਖਾਂ ਨੂੰ ਹੀ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਦੇ ਵਿੱਚ ਵਾਪਰ ਰਿਹਾ ਦੁਖਾਂਤ ਪੰਜਾਬ ਦਾ, ਜਿਹਨੂੰ ਲੈ ਕੇ ਪਿਛਲੇ 7.5 ਸਾਲ ਤੋਂ ਪੂਰੀ ਸਿੱਖ ਕੌਮ ਦਰਦ ਦੇ ਨਾਲ ਜੂਝ ਰਹੀ ਆ, ਤਾਂ ਦੋਸ਼ੀਆਂ ਵੱਲੋਂ ਇੱਕ ਪਟੀਸ਼ਨ ਪਾਈ ਜਾਂਦੀ ਆ ਕਿ ਇੱਥੇ ਬੇਅਦਬੀ ਦੇ ਵਿੱਚ ਜਾਂਚ ਰੁਪਿੰਦਰ ਜਸਵਿੰਦਰ ਤੇ ਹੋਣੀ ਚਾਹੀਦੀ ਆ। ਸੋ ਇਹ ਕੀ ਇਸ ਦੇ ਮਾਇਨੇ ਹੋ ਸਕਦੇ ਆ? ਇੱਕ ਦੋਸ਼ੀ ਆ, ਜਦੋਂ ਦੋਸ਼ੀ ਸਾਬਤ ਹੋ ਚੁੱਕਿਆ ਤੇ ਉਸ ਦੇ ਡੇਰੇ ਦਾ ਪ੍ਰਚਾਰ ਆ ਪੂਰੇ ਪੰਜਾਬ ਦੇ ਵਿੱਚ ਬੰਦ ਕੀਤਾ ਜਾਵੇ। ਬੇਅਦਬੀ ਕੇਸ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕਿਆ ਹੈ, ਪਰ ਹੁਣ ਡੇਰੇ ਦੇ ਵੱਲੋਂ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਰੁਪਿੰਦਰ ਤੇ ਜਸਵਿੰਦਰ ਸਿੰਘ ਦੀ ਭੂਮਿਕਾ ਤੇ ਸਵਾਲ ਕੀਤੇ ਜਾ ਰਹੇ ਨੇ। ਪਰ ਦੂਜਾ ਪੱਖ ਇਹ ਵੀ ਹੈ ਕਿ 7 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਬੇਅਦਬੀ ਕੇਸ ਦੇ ਵਿੱਚ ਮੁਲਜ਼ਮਾਂ ਨੂੰ ਸਜ਼ਾ ਨਹੀਂ ਹੋਈ ਤੇ ਇਨਸਾਫ ਦੀ ਉਡੀਕ ਅੱਜ ਵੀ ਕੀਤੀ ਜਾ ਰਹੀ ਹੈ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18। ਬਿਆਸ 'ਚ ਡੇਰਾ ਪੈਰੋਕਾਰਾਂ ਤੇ ਨਿਹੰਗਾਂ ਦੇ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪੁਲਿਸ ਨੇ ਦੋਵੇਂ ਧਿਰਾਂ ਤੇ ਕੇਸ ਦਰਜ ਕਰ ਲਿਆ ਹੈ, ਪਰ ਇਸ ਕਲੇਸ਼ ਦੇ ਸੂਬੇ ਦੇ ਫਿਰਕੂ ਮਾਹੌਲ ਤੇ ਕਾਨੂੰਨ ਵਿਵਸਥਾ ਤੇ ਕਈ ਸਵਾਲ ਖੜੇ ਕੀਤੇ ਨੇ। ਕੀ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਫਿਰਕੂ ਤਣਾਅ? ਕੀ ਪੰਜਾਬ 'ਚ ਕਮਜ਼ੋਰ ਹੋ ਰਹੀ ਹੈ ਭਾਈਚਾਰਕ ਸਾਂਝ? ਕੀ ਲਾਚਾਰ ਹੋ ਗਈ ਹੈ ਸੂਬੇ ਦੀ ਕਾਨੂੰਨ ਵਿਵਸਥਾ? ਇਹ ਸਵਾਲ ਇਹਨਾਂ ਤਿੰਨ ਤਸਵੀਰਾਂ ਤੋਂ ਬਾਅਦ ਪੈਦਾ ਹੋਏ ਨੇ। ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਬਾਹਰ ਹਿੰਸਕ ਝੜਪ ਹੁੰਦੀ ਹੈ। ਤਰਨਤਾਰਨ ਦੇ ਠੱਕਰਪੁਰ ਦੇ ਵਿੱਚ ਚਰਚ ਦੀ ਭੰਨਤੋੜ ਅਤੇ ਬਿਆਸ ਦੇ ਵਿੱਚ ਡੇਰਾ ਰਾਧਾ ਸੁਆਮੀ ਦੇ ਪੈਰੋਕਾਰਾਂ ਤੇ ਨਿਹੰਗਾਂ ਦੇ ਵਿਚਾਲੇ ਝੜਪ ਹੋ ਜਾਂਦੀ ਹੈ। ਇਹ ਤਿੰਨ ਤਸਵੀਰਾਂ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਦੇ ਲਈ ਚਿੰਤਾ ਵਾਲੀ ਗੱਲ ਨੇ। ਬਿਆਸ ਦੇ ਵਿੱਚ ਗਾਵਾਂ ਨੂੰ ਲੈ ਕੇ ਡੇਰਾ ਰਾਧਾ ਸੁਆਮੀ ਦੇ ਪੈਰੋਕਾਰ ਅਤੇ ਨਿਹੰਗਾਂ ਦੇ ਵਿਚਾਲੇ ਝੜਪ ਹੋ ਗਈ। ਦੋਵੇਂ ਤਰ੍ਹਾਂ ਦੇ ਲੋਕਾਂ ਵਿਚਾਲੇ ਫਾਇਰਿੰਗ ਤੱਕ ਹੋਈ। ਕਈ ਲੋਕ ਜ਼ਖਮੀ ਹੋਏ। ਹਾਲਾਂਕਿ ਪੁਲਿਸ ਨੇ ਲਾਠੀ ਚਾਰਜ ਕਰਕੇ ਸਥਿਤੀ ਤਾਂ ਸੰਭਾਲ ਲਈ, ਪਰ ਇਸ ਦੌਰਾਨ ਕਈ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ। ADGP ਲਾਅ ਐਂਡ ਆਰਡਰ ਖੁਦ ਸਥਿਤੀ ਤੇ ਨਜ਼ਰ ਬਣਾ ਕੇ ਰੱਖ ਰਹੇ ਨੇ। ਦੋਵੇਂ ਧਿਰਾਂ ਦੇ ਨਾਲ ਮੀਟਿੰਗਾਂ ਕਰਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਦੋਵੇਂ ਪੱਖਾਂ ਦੇ ਵਿੱਚ ਮਿਲਾ ਕੇ ਕਰੀਬ 10 ਬੰਦੇ ਅਜੇ ਤੱਕ ਜੋ ਸਾਨੂੰ ਪਤਾ ਲੱਗਿਆ ਕਿ ਕੁਝ ਨੂੰ ਮਾਈਨਰ ਇੰਜਰੀਜ਼ ਹੈ, ਕੁਝ ਨੂੰ ਥੋੜਾ ਸਾ ਜ਼ਿਆਦਾ, ਬਟ ਕੋਈ ਦੇ ਆਰ ਆਲ ਆਊਟ ਆਫ ਡੇਂਜਰ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਔਰ ਪੁਲਿਸ ਨੇ ਟਾਈਮਲੀ ਇੰਟਰਵੀਨ ਕਰਕੇ ਦੋਵਾਂ ਪਾਰਟੀਆਂ ਨੂੰ ਅਲੱਗ ਕੀਤਾ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ। ਔਰ ਜਿਹੜੇ ਵੀ ਵਿਅਕਤੀ ਇਸ ਘਟਨਾ ਦੇ ਵਿੱਚ ਦੋਸ਼ੀ ਪਾਏ ਜਾਣਗੇ, ਵਿਦਆਊਟ ਬੀਇੰਗ we will be very fair in our investigation। ਜਿਨ੍ਹਾਂ ਲੋਕਾਂ ਨੇ ਇਹ
ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਜਿਨ੍ਹਾਂ ਦਾ ਮਾੜਾ ਮੋਟਿਵ ਸੀ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ। ਕਾਨੂੰਨ ਆਪਣੀ ਕਾਰਵਾਈ ਕਰੇ। ਬਿਆਸ ਦੇ ਵਿੱਚ ਪੁਲਿਸ ਨੇ ਭਾਵੇਂ ਸਥਿਤੀ ਤਾਂ ਸੰਭਾਲ ਲਈ, ਪਰ ਇਸ ਘਟਨਾ ਨੇ ਦੋਵੇਂ ਧਿਰਾਂ ਦੇ ਵਿਚਾਲੇ ਨਫ਼ਰਤ ਪੈਦਾ ਕੀਤੀ ਹੈ। ਇਹ ਮਸਲਾ ਸਿਰਫ ਬਿਆਸ ਤੱਕ ਸੀਮਤ ਨਹੀਂ, ਪਟਿਆਲਾ ਤੇ ਤਰਨਤਾਰਨ ਦੀਆਂ ਘਟਨਾਵਾਂ ਵੀ ਸੂਬੇ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਆ ਰਹੀ ਤਲਖੀ ਨੂੰ ਬਿਆਨ ਕਰਦੀਆਂ ਨੇ। ਇਹ ਘਟਨਾਵਾਂ ਜਿੱਥੇ ਸਮਾਜਿਕ ਤੌਰ ਤੇ ਚਿੰਤਾ ਵਾਲੀ ਗੱਲ ਨੇ, ਉੱਥੇ ਹੀ ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਕਮਜ਼ੋਰੀ ਨੂੰ ਵੀ ਬਿਆਨ ਕਰਦੀਆਂ ਨੇ। ਕਿਉਂਕਿ ਜੇ ਕਾਨੂੰਨ ਵਿਵਸਥਾ ਚੁਸਤ ਦਰੁਸਤ ਹੋਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਸਮੇਂ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਸਿੰਘ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ। ਭਾਰਤ ਪਾਕਿਸਤਾਨ ਮੈਚ ਦੌਰਾਨ ਕੈਚ ਨਾ ਫੜ ਪਾਉਣ ਕਾਰਨ ਅਰਸ਼ਦੀਪ ਸਿੰਘ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਹੁਣ ਵੱਡੀਆਂ ਹਸਤੀਆਂ ਅਰਸ਼ਦੀਪ ਦੇ ਹੱਕ 'ਚ ਅੱਗੇ ਆਈਆਂ ਨੇ। ਸਤੰਬਰ ਦਾ ਸੁਪਰ ਸੰਡੇ, ਭਾਰਤ ਪਾਕਿਸਤਾਨ ਮੈਚ, ਕ੍ਰਿਕਟ ਫੈਨਸ ਦਾ ਪਾਰਾ 100 ਤੋਂ ਪਾਰ। 7:30 ਵਜੇ ਹੀ ਸ਼ੁਰੂ ਹੋਇਆ ਉਹ ਮੈਚ ਜਿਸ ਦਾ ਹਰ ਭਾਰਤੀ ਤੇ ਪਾਕਿਸਤਾਨੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਪਾਕਿਸਤਾਨ ਦੇ ਅੱਗੇ ਰੱਖਿਆ 181 ਦੌੜਾਂ ਦਾ ਵਿਸ਼ਾਲ ਸਕੋਰ। ਇਸ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਪਰ 18ਵੇਂ ਓਵਰ ਦੇ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਅਰਸ਼ਦੀਪ ਦੇ ਹੱਥੋਂ ਪਾਕਿਸਤਾਨੀ ਬੈਟਸਮੈਨ ਆਸਿਫ ਅਲੀ ਦਾ ਕੈਚ ਡ੍ਰੌਪ ਹੋ ਗਿਆ। ਇਸ ਤੋਂ ਬਾਅਦ ਸ਼ੁਰੂ ਹੋਇਆ ਅਰਸ਼ਦੀਪ ਦੀ ਟ੍ਰੋਲਿੰਗ ਦਾ ਸਿਲਸਿਲਾ। ਟਵਿੱਟਰ ਤੋਂ ਲੈ ਕੇ ਫੇਸਬੁੱਕ ਤੇ WhatsApp ਤੋਂ ਲੈ ਕੇ ਇੰਸਟਾਗ੍ਰਾਮ ਤੱਕ ਹਰ ਕਿਤੇ ਟ੍ਰੋਲਰਸ ਨੇ ਅਰਸ਼ਦੀਪ ਨੂੰ ਮੈਚ ਹਾਰਨ ਦਾ ਅਸਲ ਜ਼ਿੰਮੇਵਾਰ ਦੱਸ ਦਿੱਤਾ। ਪਰ ਹੁਣ ਅਰਸ਼ਦੀਪ ਦੀ ਹਿਮਾਇਤ ਦੇ ਵਿੱਚ ਕਈ ਵੱਡੀਆਂ ਹਸਤੀਆਂ ਉਤਰ ਆਈਆਂ ਨੇ। ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੇ ट्रोलर्स ਨੂੰ जवाब देने जित हार ਨੂੰ गेम ਦਾ हिस्सा दस्या। प्रेशर में देखिए गलती किसी से भी हो सकती है और बड़ा मैच है, सिचुएशन भी थोड़ी टाइट थी, तो हम सब ने मतलब मुझे याद है मैं पहली बार चैम्पियंस ट्रॉफी खेला था पाकिस्तान के अगेंस्ट, मेरा पहला मैच था और मैंने एक बहुत ख़राब शॉट मारा था शाहिद अफरीदी को और मैं 5 बजे तक सुबह सिर्फ सीलिंग को देख रहा था, मुझे नींद नहीं आ रही थी। तो मुझे लगा मैं तो वापस कभी चांस नहीं मिलेगा, मेरा करियर ख़त्म हो गया। तो ये सब चीज़ें नेचुरल है फील करने के लिए, लेकिन सीनियर प्लेयर आपके आसपास आते हैं, कल हम लोग एज ए टीम फिर इकट्ठा होंगे, तो जब माहौल अच्छा होता है तो फिर आप उस चीज़ से सीखते हैं और अगली बार अगर वैसी अपॉर्चुनिटी आए तो आप लुक फॉरवर्ड करते हैं कि यार दोबारा मेरे पास कैच आनी चाहिए। ये आ थापी है ते आ उंगल है, कुत्ते बिल्लियां दी पुत्र परवाह नहीं करी दी, तेरा मुकद्दर तेरे नाल है। पर हाँ, देश तो वड्डा कोई नहीं, देश वासियों तो वड्डा कोई नहीं, और जिस देश ਲਈ तू खेड रहा है उस देश ਲਈ कुर्बान भी होवे तां भी तेरे ते सदके जावां। घबराई ना, डरी ना। शेरां दा काम है दहाड़ मार के चलना ते कुत्तियां बिल्लां दा काम है दूर दूर जाके भौंकना। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਅਰਸ਼ਦੀਪ ਨੂੰ ਟ੍ਰੋਲਰਸ ਤੇ ਧਿਆਨ ਨਾ ਦੇਣ ਲਈ ਕਿਹਾ। ਦੱਸ ਦਈਏ ਕਿ ਐਤਵਾਰ ਨੂੰ ਏਸ਼ੀਆ ਕੱਪ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਾਲੇ ਇਹ ਮੈਚ ਖੇਡਿਆ ਗਿਆ ਸੀ, ਜਿਸ ਨੂੰ ਪਾਕਿਸਤਾਨ ਨੇ 5 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਲਿਆ ਸੀ। ਇਸ ਤੋਂ ਬਾਅਦ ਅਰਸ਼ਦੀਪ ਦੇ ਖਿਲਾਫ ਟ੍ਰੋਲਸ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇਸ ਟ੍ਰੋਲਿੰਗ ਤੋਂ ਬਾਅਦ ਅਰਸ਼ਦੀਪ ਦੇ ਮਾਤਾ-ਪਿਤਾ ਨਾਲ ਨਿਊਜ਼ 18 ਨੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਅਰਸ਼ਦੀਪ ਪੂਰੀ ਤਰ੍ਹਾਂ ਪੋਜ਼ਿਟਿਵ ਹੈ ਤੇ ਉਹ ਟ੍ਰੋਲਸ ਵੱਲ ਧਿਆਨ ਨਹੀਂ ਦੇ ਰਿਹਾ। ਮੈਚ ਬੜਾ ਹੈਗਾ ਸੀ, ਕ੍ਰੂਸ਼ਲ ਮੈਚ ਸੀਗਾ ਔਰ ਕੈਚ ਡ੍ਰੌਪ ਹੋਣਾ ਇਹ ਤਾਂ ਪਾਰਟ ਆਫ ਗੇਮ ਹੈ, ਕਦੇ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ, ਕਿਸੇ ਤੋਂ ਵੀ ਹੋ ਸਕਦਾ। तो मेरा ख्याल कोई बहुत वड्डी गल नहीं गी। बाकी ये है कि क्योंकि हरेक ये चाहता सी कि मैच असीं जित्तीए, तो भारतीय होने के नाते साडे फैनस जिहड़े भारतीय होने के नाते जिहड़े कुछ इमोशनल होके कुछ बार हो जाता है, गुस्से नाराज़गी हो जाती है, तो वो पार्ट ऑफ गेम है। ਉਹਨੂੰ ਬੇਟਾ ਜਿਹੜਾ ਪੋਜ਼ਿਟਿਵਲੀ ਲੈ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੈਂ ਇਸ ਤੋਂ ਬਾਅਦ ਅਰਸ਼ਦੀਪ ਨਾਲ ਤੁਹਾਡੀ ਗੱਲਬਾਤ ਹੋਈ, ਤੁਸੀਂ ਦੁਬਈ ਮੌਜੂਦ ਸੀਗੇ, ਕੁਝ ਉਹਨਾਂ ਨੇ ਕਿਹਾ, ਤੁਸੀਂ ਕੁਝ ਉਹਨਾਂ ਨੂੰ ਕਿਹਾ? ਕੁਛ ਨਹੀਂ, ਮੈਂ ਜਿੱਦਾਂ ਅੱਗੇ ਦੱਸਿਆ ਹੈ ਕਿ ਅਸੀਂ ਉਹਨੂੰ ਕਿਹਾ ਸੀ ਕਿ ਕੁਝ ਕਮੈਂਟਸ ਜਿਹੜੇ ਆ ਉਹ ਨੈਗੇਟਿਵ ਜਿਹੇ ਹੈਗੇ ਤੇ ਤੂੰ ਅਵਾਇਡ ਕਰ, ਨਾ ਦੇਖੋ। ਤਾਂ ਕਹਿੰਦਾ ਨਹੀਂ, ਮੈਂ ਦੇਖਾਂਗਾ, ਮੈਂ ਇੰਜੋਏ ਕਰਾਂਗਾ ਔਰ ਇਸ ਤੋਂ ਹੋਰ ਪੋਜ਼ਿਟਿਵ ਆਪਣੇ એનર્ਜੀ ਲਿਆਵਾਂਗਾ ਅੰਦਰ। ਜ਼ਿੰਮੇਵਾਰੀਆਂ ਖੂਬ ਆਪਣੀਆਂ ਨਿਭਾ ਰਿਹਾ, ਜਿਸ ਤਰ੍ਹਾਂ ਨੂੰ ਕੈਪਟਨ ਕਹਿੰਦੇ ਨੇ ਉਵੇਂ ਹੀ ਕਰ ਰਿਹਾ ਨੇ।
ਉਹ ਮਤਲਬ ਪੂਰਾ ਭਰੋਸੇ ਤੇ ਉਤਰ ਰਿਹਾ, ਜਿਵੇਂ ਜਿਵੇਂ ਉਹਨੂੰ ਦਿੱਤੀ ਜਾਂਦੀ ਜ਼ਿੰਮੇਵਾਰੀ ਉਹ ਪੂਰੀ ਕਰ ਰਿਹਾ ਆ। ਚਲੋ ਐਨੀ ਉਹ ਕਦੀ ਹੋ ਜਾਂਦੀ ਗਲਤੀ, ਜਿਸ ਤਰ੍ਹਾਂ ਹੁਣ ਮਿਸਟੇਕ ਨਾਲ ਹੋ ਗਿਆ, ਕੋਈ ਕਰਨਾ ਤਾਂ ਚਾਹੁੰਦਾ ਨਹੀਂ ਪਲੇਅਰ ਵੈਸੇ, ਇਸ ਤਰ੍ਹਾਂ ਅਚਾਨਕ ਹੋ ਗਿਆ, ਆਪਾਂ ਇਹਨੂੰ ਇੰਨਾ ਇਸ਼ੂ ਨਾ ਹੀ ਬਣਾਈਏ ਤੇ ਬੈਟਰ ਹੈ। ਪੂਰਾ ਇੰਡੀਆ, ਪੂਰਾ ਵਰਲਡ ਉਹਦੇ ਨਾਲ ਹੈ, ਐਸੀ ਕੋਈ ਗੱਲ ਨਹੀਂ ਹੈਗੀ, ਬਹੁਤ ਸਪੋਰਟ ਕਰ ਰਹੇ ਨੇ ਉਹਨੂੰ, ਤੇ ਕੋਈ ਗੱਲ ਨਹੀਂ, ਅਸੀਂ ਵਧੀਆ ਪਰਫਾਰਮੈਂਸ ਕਰਕੇ ਆਪਾਂ ਏਸ਼ੀਆ ਕੱਪ ਲੈ ਕੇ ਆਉਣਾ, ਬਾਅਦ ਚ ਵਰਲਡ ਕੱਪ ਵੀ ਜਿੱਤਣਾ ਆਪਾਂ ਨੇ। ਉਧਰ ਟ੍ਰੋਲਿੰਗ ਤੋਂ ਬਾਅਦ ਕ੍ਰਿਕਟਰ ਅਰਸ਼ਦੀਪ ਦੇ ਘਰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਅਰਸ਼ ਦੇ ਪਰਿਵਾਰ ਨੂੰ ਮਿਲਣ ਵਾਲਿਆਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਤੇ ਇਸ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਡਾ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ। ਚੱਡਾ ਨੇ ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। दीप सिर्फ इस परिवार का ही बेटा नहीं है, वो पंजाब का बेटा है, हिंदुस्तान का बेटा है, और 140 करोड़ की आवाम वाले देश में सिलेक्ट होना, नीली जर्सी पहनकर इंडिया को रिप्रेजेंट करना इतने बड़े स्टेज पर, इंटरनेशनल स्टेज पर, ये कोई आसान काम नहीं है, सौखी बात नहीं है। आज उस बेचारे बेटे को ट्रोल किया जा रहा है और एक प्रोपेगेंडा चलाया जा रहा है उसके खिलाफ। हम उस प्रोपेगेंडा को कंडेम करते हैं और इस दौर में परिवार के साथ खड़े हैं। परिवार की जो स्ट्रगल रही है और अर्शदीप की जो पर्सनल स्ट्रगल रही है उसे सल्यूट करते हैं। देखो बड़ा मंदभागा ते बड़ी शर्म वाली गल है कि एक जिहड़ा उभरदा सितारा होवे देश दा, एक खिडारी, ਉਹਦੇ ਲਈ ਐਦਾਂ ਦੀ ਸ਼ਬਦਾਵਲੀ ਜਿਹੜੇ ਲੋਕ ਜਿਹੜੇ ਆ ਉਹ ਵਰਤ ਰਹੇ ਆ, ਮਤਲਬ ਕਿ ਸ਼ਰਮ ਆਉਣੀ ਚਾਹੀਦੀ ਹੈ ਯਾਰ। ਕੱਲ ਵੀ ਮਤਲਬ ਕਿ ਜੇ ਤੁਸੀਂ ਇੱਕ ਖੇਡ ਹੈ, ਜਿੱਤ ਹਾਰ ਇਹਦੇ 'ਚ ਬਣੀ ਆਈ ਹੈ, ਕਿਸੇ ਖਿਡਾਰੀ ਦਾ ਕਦੇ ਚੰਗਾ ਦਿਨ ਹੁੰਦਾ ਕਦੇ ਮਾੜਾ। अर्शदीप सिंह को जो पाकिस्तान की तरफ से टारगेट किया जा रहा है, पाकिस्तान से कुछ पत्रकार, पाकिस्तान के कुछ चुने हुए लोग अर्शदीप को खालिस्तान के साथ जोड़कर उसकी छवि को खराब करने का काम कर रहे हैं। देश में, भारत में अंदर सिखों के खिलाफ अपनी जहर उगल रहे हैं। इन सभी की मैं कड़े शब्दों में निंदा करता हूं। ਦੀਪ ਸਿੰਘ ਜਿਹੜਾ ਕ੍ਰਿਕਟ ਦਾ ਦੇਸ਼ ਦਾ ਪਲੇਅਰ ਹੈ, ਉਹਦੇ ਇੱਕ ਕੈਚ ਛੱਡਣ ਦੇ ਉੱਤੇ ਉਹਨੂੰ ਨਫ਼ਰਤ ਦਾ ਜਿਹੜਾ ਉਹ ਪਾਤਰ ਬਣਾਇਆ ਜਾਂਦਾ। ਔਰ ਮੈਂ ਪੰਜਾਬ ਸਰਕਾਰ ਨੂੰ ਵੀ ਕਹਿੰਦਾ, ਦੇਸ਼ ਦੀ ਸਰਕਾਰ ਨੂੰ ਵੀ ਕਹਿੰਦਾ ਕਿ ਕੱਲਾ ਨਿੰਦਿਆ ਕਰਕੇ ਕੰਮ ਖਤਮ ਨਹੀਂ ਹੋਣਾ, ਕੇਸ ਰਜਿਸਟਰ ਹੋਣਾ ਚਾਹੀਦਾ ਹੈ। ਆਖਰੀ ਓਵਰ ਜਿਹੜਾ ਉਹਨੇ ਪਾਇਆ ਕਿੰਨਾ ਸ਼ਾਨਦਾਰ ਓਵਰ ਸੀਗਾ, ਇੱਕ ਕੈਚ ਛੁੱਟ ਗਿਆ ਤਾਂ ਉਹ ਉਹਦੇ ਉੱਤੇ ਇਲਜ਼ਾਮ ਲਾ ਦੋਗੇ, ਤੁਸੀਂ ਖਾਲਿਸਤਾਨੀ ਕਹਿ ਦੋਗੇ। ਉਹ ਨਵਾਂ ਬੱਚਾ ਹੈ, ਨਵਾਂ ਮੁੰਡਾ ਆ, ਸਭ ਤੋਂ ਘੱਟ ਰਨ ਆ ਜਿਹੜੇ ਉਹਨੇ ਆਪਣੀ ਬੋਲਿੰਗ 'ਚ ਦਿੱਤੇ ਤੇ ਆਖਰੀ ਓਵਰ ਵਿਸ਼ਵਾਸ ਕਰਕੇ ਟੀਮ ਨੇ ਆਖਰੀ ਓਵਰ ਉਹਨੂੰ ਦਿੱਤਾ ਕਰਨ ਨੂੰ, ਤੇ ਤੁਸੀਂ ਉਹ ਤੇ ਇਹੋ ਜਿਹਾ ਟਰੋਲ ਕਰੋਗੇ, ਇਹ ਬਰਦਾਸ਼ਤ ਨਹੀਂ ਹੋਣਾ। ਕ੍ਰਿਕਟਰ ਅਰਸ਼ਦੀਪ ਦੇ ਮਸਲੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਬਿਆਨ ਆਇਆ ਹੈ। ਉਹਨਾਂ ਨੇ ਬੋਲਦਿਆਂ ਕਿਹਾ ਕਿ ਹੋਣਹਾਰ ਤੇ ਉੱਭਰਦੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੇ ਵੱਲੋਂ ਟ੍ਰੋਲ ਕੀਤਾ ਜਾ ਰਿਹਾ, ਜੋ ਬੇहद ਮੰਦਭਾਗਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਤੇ ਨਕੇਲ ਕੱਸਣੀ ਚਾਹੀਦੀ ਹੈ। ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ ਜੋ ਭਾਰਤ ਵੱਲੋਂ ਕ੍ਰਿਕਟ ਮੈਚ ਖੇਡ ਰਿਹਾ ਸੀ, ਬੜੀ ਤਨਦੇਹੀ ਦੇ ਨਾਲ, ਬੜਾ ਮਨ ਲਾ ਕੇ, ਜਿੱਕਣ ਸਬੱਬੀ ਉਸ ਪਾਸੋਂ ਕੈਚ ਛੁੱਟਿਆ। ਖੇਡ ਦੇ ਮੈਦਾਨ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਨੇ, ਹੁੰਦੀਆਂ ਰਹਿੰਦੀਆਂ ਨੇ, ਹੁੰਦੀਆਂ ਰਹਿਣਗੀਆਂ, ਲੇਕਿਨ ਜਿਉਂ ਹੀ ਉਸ ਦੇ ਹੱਥੋਂ ਕੈਚ ਛੁੱਟਿਆ ਤੇ ਭਾਰਤ ਦੇ ਅੰਦਰ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ ਉਸ ਨੂੰ ਬਹੁਤ ਹੀ ਭੱਦੇ ਢੰਗ ਦੇ ਨਾਲ ਟ੍ਰੋਲ ਕੀਤਾ ਜਾਣ ਲੱਗਿਆ ਔਰ ਟ੍ਰੋਲ ਕੀਤਾ ਜਾ ਰਿਹਾ। ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਤੋਂ ਪਰਤ ਆਏ ਨੇ। ਮਾਨਸਾ ਦੇ ਮੂਸਾ ਪਿੰਡ ਪਹੁੰਚ ਚੁੱਕੇ ਨੇ। ਪਿਛਲੇ ਸੋਮਵਾਰ ਨੂੰ ਦੋਵੇਂ ਕੈਨੇਡਾ ਗਏ ਸੀ ਤੇ ਹੁਣ ਵਾਪਸ ਪਰਤ ਆਏ ਨੇ। ਸਿੱਧੂ ਮੂਸੇਵਾਲਾ ਦੇ ਕਾਰੋਬਾਰ ਨੂੰ ਲੈ ਕੇ ਵਿਦੇਸ਼ ਗਏ ਸੀ। ਹਾਲਾਂਕਿ ਕਈ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਜੋ ਉਹਨਾਂ ਨੂੰ ਪਿਛਲੇ ਦਿਨਾਂ 'ਚ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲਸ ਵੀ ਕੀਤੀਆਂ ਗਈਆਂ ਤੇ ਉਸ ਤੋਂ ਡਰ ਕੇ ਉਸ ਦੇ ਮਾਤਾ-ਪਿਤਾ ਵਿਦੇਸ਼ ਚਲੇ ਗਏ। ਇਹ ਇਲਜ਼ਾਮ ਕੁਝ ਲੋਕਾਂ ਦੇ ਵੱਲੋਂ ਲਗਾਏ ਗਏ, ਲੇਕਿਨ ਕੱਲ ਅਸੀਂ ਇਹ ਵੀ ਸਟੇਟਮੈਂਟਸ ਪਰਿਵਾਰ ਦੀਆਂ ਵਿਖਾ ਰਹੇ ਸੀ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਦਾ ਕਾਰੋਬਾਰ ਦੇਸ਼ ਵਿਦੇਸ਼ ਦੇ ਵਿੱਚ ਫੈਲਿਆ ਹੋਇਆ, ਉਸ ਨੂੰ ਸਮੇਟਣ ਦੇ ਲਈ ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਗਏ ਨੇ ਤੇ ਉਹ ਕਿਸੇ ਧਮਕੀ ਤੋਂ ਨਹੀਂ ਡਰਦੇ, ਇਸੇ ਤਰੀਕੇ ਦੇ ਨਾਲ ਇਨਸਾਫ ਦੀ ਮੰਗ ਕਰਦੇ ਰਹਿਣਗੇ। ਤਾਂ ਸਿੱਧੂ ਮੂਸੇਵਾਲਾ ਦੇ ਮਾਪੇ ਪਰਤ ਆਏ ਨੇ। ਬਲਦੇਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ। ਬਲਦੇਵ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਜੀ ਬਿਲਕੁਲ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇਰ ਰਾਤ ਮੂਸੇ ਪਿੰਡ ਪਹੁੰਚ ਚੁੱਕੇ ਹੈ। ਉਹ ਸੋਮਵਾਰ ਨੂੰ ਕੈਨੇਡਾ ਗਏ ਸੀ ਤੇ ਉਹਦੇ ਪਿੱਛੇ ਕਾਰਨ ਇਹ ਸੀ ਕਿ ਸਿੱਧੂ ਮੂਸੇਵਾਲੇ ਦਾ ਕਾਰੋਬਾਰ ਕੈਨੇਡਾ ਦੇ ਵਿੱਚ ਕਾਫੀ ਫੈਲਿਆ ਹੋਇਆ ਸੀ, ਉਸ ਨੂੰ ਸਮੇਟਣ ਵਾਸਤੇ ਗਏ ਸੀ। ਹਾਲਾਂਕਿ ਵਾਹਣਾਂ ਜਾ ਰਹੀਆਂ ਸੀ ਕਿ ਉਹ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਡਰਦੇ ਗਏ ਹੈ, ਪਰ ਯਹੀ ਗੱਲ ਨਹੀਂ ਸੀ। ਉਹ ਰਾਤ ਲੌਟ ਆਏ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ
ਹੁਣ ਹਰ ਐਤਵਾਰ ਸਿੱਧੂ ਦੇ ਫੈਨਜ਼ ਜੋ ਹਵੇਲੀ 'ਚ ਪਹੁੰਚਦੇ ਆ ਉਹ ਲੋਕ ਉਹਨਾਂ ਨੂੰ ਮਿਲ ਕੇ ਵਿੱਚ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਲਗਾਤਾਰ ਆਪਦੇ ਪੁੱਤ ਦੇ ਇਨਸਾਫ ਲਈ ਜਿਹੜੀ ਅਦਾਲਤਾਂ ਦੇ ਵਿੱਚ ਲੜਾਈ ਲੜਦੇ ਰਹਿਣਗੇ। ਜੀ ਜੀ ਸ਼ੁਕਰੀਆ ਬਲਦੇਵ ਪੂਰੀ ਜਾਣਕਾਰੀ ਦੇ ਲਈ। ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵਾਪਸ ਪਰਤ ਆਏ ਨੇ। ਸਿੱਧੂ ਮੂਸੇਵਾਲਾ ਜੋ ਜਿਨ੍ਹਾਂ ਨਾਮ ਉਸਨੇ ਕਮਾਇਆ, ਦੇਸ਼ ਵਿਦੇਸ਼ ਦੇ ਵਿੱਚ ਉਸਦਾ ਕਾਰੋਬਾਰ ਫੈਲਿਆ ਹੋਇਆ ਸੀ, ਉਸਨੂੰ ਸਮੇਟਣਾ ਵੀ ਜ਼ਰੂਰੀ ਸੀ। ਇਹ ਪਰਿਵਾਰਕ ਮੈਂਬਰਾਂ ਨੇ ਪਿਛਲੇ ਦਿਨੀ ਵੀ ਕਿਹਾ, ਜਿਸ ਦੇ ਲਈ ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਗਏ ਸੀ ਤੇ ਹੁਣ ਵਾਪਸ ਪਰਤ ਆਏ ਨੇ। ਐਤਵਾਰ ਨੂੰ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਲੋਕਾਂ ਨੂੰ ਮਿਲਦੇ ਨੇ, ਸੰਬੋਧਨ ਕਰਦੇ ਨੇ, ਉਸੇ ਤਰੀਕੇ ਦੇ ਨਾਲ ਹੁਣ ਮਿਲਣਗੇ। ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵੱਲੋਂ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਗਿਆ। 37ਵੇਂ ਰਾਸ਼ਟਰੀ ਅੱਖ ਦਾਨ ਪੰਦਰਵਾੜੇ ਦੇ ਮੌਕੇ ਸਿਹਤ ਮੰਤਰੀ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ। ਜੌੜਾ ਮਾਜਰਾ ਨੇ ਕਿਹਾ ਕਿ ਲੋਕਾਂ ਨੂੰ ਵੀ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਨੇ। ਉਹਨਾਂ ਨੇ ਸੱਦਾ ਦਿੱਤਾ ਕਿ ਉਹਨਾਂ ਦੀਆਂ ਅੱਖਾਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਰੌਸ਼ਨ ਕਰ ਸਕਦੀਆਂ ਨੇ। ਰਜਿੰਦਰਾ ਹਸਪਤਾਲ ਦੇ ਵਿੱਚ ਅੱਖਾਂ ਦੀਆਂ ਪੁਤਲੀਆਂ ਪਾਉਣ ਪਹੁੰਚੇ ਮਰੀਜ਼ਾਂ ਨੇ ਸਰਕਾਰ ਦੀ ਇਸ ਪਹਿਲ ਦੀ ਤਾਰੀਫ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਨੂੰ ਰੈਫਰਲ ਹਸਪਤਾਲ ਨਹੀਂ ਬਣ ਦਿੱਤਾ ਜਾਵੇਗਾ ਤੇ ਸਰਕਾਰੀ ਹਸਪਤਾਲਾਂ ਦੀ ਪੁਰਾਣੀ ਸਾਖ ਬਹਾਲ ਕੀਤੀ ਜਾਵੇਗੀ। ਅਸੀਂ ਕਿਵੇਂ ਰਹੇ ਅੱਖਾਂ ਦਾ ਆਪਰੇਸ਼ਨ ਤਾਂ ਜੀ ਬਹੁਤ ਵਧੀਆ ਹੋ ਗਿਆ। ਅੱਛਾ, ਨਿਗਾਹ ਤਾਂ ਮੇਰੀ ਜਮੀ ਖਤਮ ਹੋ ਗਈ ਤੀ। ਬਾਹਰ ਅੰਦਰ ਜਾਂਦੀ ਤੀ, ਟੋਆ ਦਿਸ਼ਦਾਨੀ ਤੀ, ਉੱਥੇ ਡਿੱਗ ਜਾਂਦੀ ਤੀ। ਆ ਕੇ ਬੇਟੀ ਕੁਮਾਰੀ ਆ, ਉਹਨੂੰ ਕਿਹਾ ਵੀ ਬੇਟਾ ਮੇਰੇ ਤਾਂ ਕੋਈ ਹੀਲਾ ਕਰ ਲਾ, ਮੈਨੂੰ ਦਿਖਦਾ ਨਹੀਂ ਹੈਗਾ। ਚੱਲ ਚੱਕੀ ਕੁੜੀ ਨੇ ਪਟਿਆਲੇ ਲਿਆਂਦੀ, ਪਟਿਆਲੇ ਵਾਲੇ ਡਾਕਟਰ ਨੇ ਮੈਡਮਾਂ ਨੇ ਅੱਖਾਂ ਚੈੱਕ ਕਰੀਆਂ, ਕਹਿੰਦੇ ਬੀਬੀ ਪੁੱਤਰੀ ਖਰਾਬ ਹੋ ਗਈ। ਮਤਲਬ ਜੀ ਮਰਜ਼ੀ ਹੈ ਤੁਹਾਡੀ। ਉਹਨਾਂ ਨੇ ਕੋਈ ਤਰੀਕ ਦੇ ਦਿੱਤੀ, ਕਹਿੰਦੇ ਇੰਨੀ ਤਰੀਕ ਨੂੰ ਆਇਓ। ਅੱਛੀ ਕਹਿ ਠੀਕ ਆ ਜੀ। ਚਲੋ ਜੀ ਲਿਆਏ ਘਰ ਦੇ ਭੀਮ ਸਿੰਘ ਲਿਆਏ ਮੇਰੇ ਪਤੀ। ਚਲੋ ਜੀ ਇਹਨੇ ਆਪਰੇਸ਼ਨ ਕਰਤਾ, ਪੁਤਲੀ ਪਾਤੀ। ਬਹੁਤ ਵਧੀਆ ਜੀ, ਛੋਟਾ ਧੰਨਵਾਦ। ਖੁਸ਼ ਹੋ? ਹਾਂਜੀ ਚਲੋ ਠੀਕ ਹੈ, ਵਧੀਆ ਤੁਹਾਡਾ ਤੁਸੀਂ ਜੀ ਮੇਰੇ ਘਰ। ਅੱਛਾ ਚਲੋ ਦਿਨ ਰਾਤ ਲੱਗੇ ਹੋਏ ਨੇ ਮੰਤਰੀ ਸਾਹਿਬ। ਠੀਕ ਹੈ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।